ਰੱਖੜੀਆਂ ਦੀਆਂ ਰੱਖਾਂ ਵਿੱਚ ਤੇ ਸਿਰ ਦੇ ਸਿਹਰਿਆਂ ਵਿੱਚ, ਘਰ ਦੀਆਂ ਨੀਹਾਂ ਵਿੱਚ ਤੇ ਛੱਤ ਦੇ ਨਮੇਰਿਆਂ ਵਿੱਚ, ਕੁਦਰਤ ਦਾ ਸਭ ਤੋਂ ਅਨਮੋਲ ਇੱਕ ਗਹਿਣਾ ਹੁੰਦੀਆਂ ਨੇ। ਖੁਸ਼ਨਸੀਬ ਹੁੰਦੇ ਨੇ ਉਹ ਲੋਕ ਜਿਨ੍ਹਾਂ ਕੋਲ ਭੈਣਾਂ ਹੁੰਦੀਆਂ ਨੇ। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਦੋਸਤੋ। ਮੈਂ ਕਿਰਨ ਕੌਰ ਤੇ ਚੈਨਲ ਵਿੱਚ ਤੁਹਾਡੇ ਸਭ ਦਾ ਬਹੁਤ ਸਵਾਗਤ ਹੈ। ਦੋਸਤੋ, ਅੱਜ ਮੈਂ ਤੁਹਾਡੇ ਨਾਲ ਗੁਰਦੀਪ ਰੱਖੜਾ ਜੀ ਦੀ ਖੂਬਸੂਰਤ ਕਹਾਣੀ ਸੁੰਨਾ ਗੁੱਟ ਲੈ ਕੇ ਹਾਜ਼ਰ ਹੋਈ ਹਾਂ। ਉਮੀਦ ਹੈ ਤੁਸੀਂ ਪਿਆਰ ਦਿਓਗੇ। ਪਰ ਉਸ ਤੋਂ ਪਹਿਲਾਂ ਸਾਡੇ ਚੈਨਲ ਗੋਲਡਨ ਕੀ ਪਬਲਿਕੇਸ਼ਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬੈਲ ਆਈਕਨ ਵੀ ਜ਼ਰੂਰ ਦਬਾ ਲਓ। ਕਹਾਣੀ ਸੁੰਨਾ ਗੁੱਟ। ਉੱਠ ਖੜ ਪੁੱਤ, ਅੱਜ ਪੂਰਨਮਾਸ਼ੀ ਆ। ਚੱਲ ਗੁਰੂ ਘਰ ਚੱਲੀਏ, ਮੱਥਾ ਟੇਕ ਕੇ ਆਉਣਾ ਹੈ। ਮੇਰੀ ਦਾਦੀ ਨੇ ਮੈਨੂੰ ਸਵੇਰੇ ਸਵੇਰੇ ਆਵਾਜ਼ ਮਾਰ ਉਠਾਇਆ। ਹਾਂਜੀ ਬੀਬੀ, ਉੱਠਦਾ ਮੈਂ। ਮੇਰੀਆਂ ਅੱਖਾਂ ਤਾਂ ਕਦੋਂ ਦੀਆਂ ਖੁੱਲੀਆਂ ਹੋਈਆਂ ਸਨ, ਬਸ ਐਵੇਂ ਹੀ ਮਚਲਾ ਜਿਹਾ ਪਿਆ ਸੀ। ਬੇਬੇ, ਅੱਜ ਰੱਖੜੀਆਂ ਨੇ ਹਨਾ? ਹਾਂ ਪੁੱਤ, ਰੱਖੜੀਆਂ ਵੀ ਨੇ ਤੇ ਪੂਰਨਮਾਸ਼ੀ ਵੀ ਹੈ। ਮੈਂ ਫਟਾਫਟ ਉੱਠ ਨਹਾ ਕੇ ਤਿਆਰ ਹੋਇਆ ਤੇ ਮੋਟਰਸਾਈਕਲ ਤੇ ਦਾਦੀ ਨੂੰ ਨਾਲ ਲੈ ਕੇ ਗੁਰੂ ਘਰ ਪਹੁੰਚ ਗਿਆ। ਉੱਥੇ ਬਹੁਤ ਸੰਗਤ ਮੱਥਾ ਟੇਕਣ ਆਈ ਹੋਈ ਸੀ। ਉੱਥੇ ਮੈਂ ਜਿਹੜੇ ਵੀ ਮੁੰਡੇ ਵੱਲ ਵੇਖਦਾ ਤਾਂ ਉਸਦੇ ਗੁੱਟ ਤੇ ਰੱਖੜੀ ਬੰਨੀ ਹੋਈ ਸੀ ਤੇ ਕਈ ਭੈਣ ਭਰਾ ਤਾਂ ਇਕੱਠੇ ਮੱਥਾ ਟੇਕਣ ਆਏ ਹੋਏ ਸਨ। ਪਰ ਮੇਰੀ ਤਾਂ ਕੋਈ ਭੈਣ ਹੀ ਨਹੀਂ ਹੈ, ਇਸ ਕਰਕੇ ਮੈਨੂੰ ਮੇਰਾ ਗੁੱਟ ਬੜਾ ਹੀ ਖਾਲੀ ਜਿਹਾ ਲੱਗ ਰਿਹਾ ਸੀ। ਮੈਂ ਉਂਝ ਜਦੋਂ ਵੀ ਗੁਰੂ ਘਰ ਆਉਂਦਾ ਸੀ ਤਾਂ ਮੇਰਾ ਮਨ ਬੜਾ ਹੀ ਖੁਸ਼ ਹੁੰਦਾ ਸੀ, ਪਰ ਅੱਜ ਪਤਾ ਨਹੀਂ ਕਿਉਂ ਮੇਰਾ ਮਨ ਬੜਾ ਉਦਾਸ ਜਿਹਾ ਹੈ, ਜਿਵੇਂ ਮੈਨੂੰ ਕਿਸੇ ਚੀਜ਼ ਦੀ ਕਮੀ ਮਹਿਸੂਸ ਹੋ ਰਹੀ ਹੋਵੇ। ਇਹ ਪਹਿਲੀ ਵਾਰ ਨਹੀਂ, ਸਗੋਂ ਹਰ ਸਾਲ ਰੱਖੜੀਆਂ ਵਾਲੇ ਦਿਨ ਐਵੇਂ ਹੀ ਮਹਿਸੂਸ ਹੁੰਦਾ। ਮੈਂ ਆਪਣੇ ਗੁੱਟ ਵੱਲ ਵੇਖਦਾ ਤਾਂ ਮੈਨੂੰ ਮੇਰਾ ਗੁੱਟ ਬਿਲਕੁਲ ਸੁੰਨਾ ਜਿਹਾ ਲੱਗਦਾ ਹੈ। ਮੇਰੀ ਅੱਖਾਂ ਵਿੱਚ ਪਾਣੀ ਆ ਗਿਆ। ਕਈ ਲੋਕਾਂ ਨੇ ਗੁਰੂ ਘਰ ਦੇ ਗੋਲਕ ਵਿੱਚ ਰੱਖੜੀਆਂ ਤੇ ਭਾਂਤ ਦੀਆਂ ਮਿਠਾਈਆਂ ਦੇ ਡੱਬੇ ਵੀ ਰੱਖੇ ਹੋਏ ਸੀ। ਉੱਥੇ ਆਏ ਲੋਕ ਪਤਾ ਨਹੀਂ ਕੀ ਕੁਝ ਮੰਗ ਰਹੇ ਹੋਣੇ ਆ, ਪਰ ਮੈਂ ਸਿਰਫ ਇਹ ਮੰਗ ਰਿਹਾ ਸੀ ਕਿ ਰੱਬਾ, ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਬਸ ਮੈਨੂੰ ਇੱਕ ਭੈਣ ਚਾਹੀਦੀ ਹੈ ਜਿਹੜੀ ਮੇਰੇ ਨਾਲ ਲੜੇ, ਮੇਰੀਆਂ ਚੀਜ਼ਾਂ ਨੂੰ ਆਪਣਾ ਕਹਿ, ਮੇਰੇ ਬੇਬੇ ਤੋਂ ਤੇ ਬਾਪੂ ਤੋਂ ਗਾਲਾਂ ਪਵਾਵੇ, ਮੇਰੀ ਮੰਮੀ ਨਾਲ ਘਰ ਦਾ ਕੰਮ ਕਰਾਵੇ, ਮੈਨੂੰ ਰੁਲਾ ਕੇ ਆਪ ਵੀ ਰੋ ਪਵੇ ਤੇ ਮੇਰੇ ਹੱਸਣ 'ਚ ਵੀ ਉਹ ਖੁਦ ਹੱਸੇ। ਜਿਵੇਂ ਮੇਰੇ ਮੰਮੀ ਮੇਰਾ ਧਿਆਨ ਰੱਖਦੇ ਨੇ, ਬਸ ਉਵੇਂ ਉਹ ਵੀ ਮੇਰਾ ਖਿਆਲ ਰੱਖੇ। ਅਰਦਾਸ ਕਰਦੇ ਕਰਦੇ ਮੇਰੀ ਅੱਖਾਂ ਵਿੱਚੋਂ ਪਾਣੀ ਨਿਕਲ ਕੇ ਬਾਹਰ ਆ ਗਿਆ। ਮੈਂ ਕਿੰਨਾ ਹੀ ਸਮਾਂ ਗੁਰੂ ਘਰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਹੱਥ ਜੋੜ ਕੇ ਅਰਦਾਸ ਕਰੀ ਗਿਆ। ਅਚਾਨਕ ਉੱਠ ਕੇ ਮੈਂ ਮੋਟਰਸਾਈਕਲ ਕੋਲ ਚਲਾ ਗਿਆ। ਜਿੱਥੇ ਬੈਠਾ ਮੈਂ ਰੋਣ ਲੱਗ ਗਿਆ ਤੇ ਰੱਬ ਨੂੰ ਕਹੀ ਗਿਆ, ਰੱਬਾ, ਮੈਂ ਭੈਣ ਹੀ ਤਾਂ ਮੰਗੀ ਹੈ, ਹੋਰ ਕੋਈ ਮੈਂ ਤੇਰੇ ਤੋਂ ਕਿਹੜਾ ਪੂਰੀ ਦੁਨੀਆ ਮੰਗ ਬੈਠਾ ਹੈ। ਐਨੇ ਨੂੰ ਮੇਰੀ ਦਾਦੀ ਮੇਰੇ ਕੋਲ ਆਈ ਤੇ ਪੁੱਛਣ ਲੱਗੀ, ਕੀ ਹੋਇਆ ਪੁੱਤ, ਐਵੇਂ ਭੱਜ ਆਇਆ, ਤੂੰ ਲੰਗਰ ਨਹੀਂ ਛਕਣਾ? ਕੁਝ ਨਹੀਂ ਬੇਬੇ, ਚਲੋ ਤੁਸੀਂ, ਮੈਂ ਆਇਆ। ਅਸੀਂ ਨਿਸ਼ਾਨ ਸਾਹਿਬ ਮੱਥਾ ਟੇਕਣ ਗਏ ਤੇ ਉੱਥੇ ਵੀ ਕਿੰਨੀਆਂ ਹੀ ਰੱਖੜੀਆਂ ਬੰਨੀਆਂ ਹੋਈਆਂ ਸਨ। ਸਭ ਕਿਤੇ ਮੱਥਾ ਟੇਕਣ ਤੋਂ ਬਾਅਦ ਅਸੀਂ ਲੰਗਰ ਛਕਣ ਲਈ ਲੰਗਰ ਹਾਲ ਚਲੇ ਗਏ ਤੇ ਲੰਗਰ ਛਕਣ ਤੋਂ ਬਾਅਦ ਅਸੀਂ ਘਰ ਵਾਪਸ ਆ ਗਏ। ਮੰਮੀ ਤੇ ਵੱਡਾ ਵੀਰਾ ਦੋਵੇਂ ਇੱਕ ਦਿਨ ਪਹਿਲਾਂ ਹੀ ਨਾਨਕੇ ਗਏ ਹੋਏ ਸਨ
ਜੋ ਕਿ ਅਜੇ ਆਏ ਨਹੀਂ ਸਨ, ਤੇ ਮੇਰੇ ਡੈਡੀ ਕੰਮ ਉੱਤੇ ਤੇ ਛੋਟਾ ਬਾਈ ਸਕੂਲ ਚਲਾ ਗਿਆ। ਅੱਜ ਰੱਖੜੀਆਂ ਕਾਰਨ ਸਕੂਲ ਥੋੜਾ ਦੇਰੀ ਨਾਲ ਹੀ ਖੁੱਲ੍ਹਣਾ ਸੀ ਤੇ ਮੈਂ ਅੱਜ ਛੁੱਟੀ ਲਈ ਸੀ, ਕਿਉਂਕਿ ਘਰ ਡੰਗਰਾਂ ਦਾ ਕੰਮ ਬਹੁਤ ਹੁੰਦਾ ਹੈ। ਇਸ ਲਈ ਕਿਸੇ ਨਾ ਕਿਸੇ ਨੂੰ ਤਾਂ ਘਰ ਵਿੱਚ ਰੁਕਣਾ ਹੀ ਪੈਣਾ ਸੀ, ਤੇ ਦਾਦੀ ਜੀ ਤੋਂ ਹੁਣ ਇੰਨਾ ਕੰਮ ਹੁੰਦਾ ਨਹੀਂ। ਮੈਂ ਹੁਣ ਘਰ ਦੇ ਸਾਰੇ ਕੰਮਕਾਰ ਕਰਕੇ ਦਾਦੀ ਜੀ ਕੋਲ ਆਣ ਬੈਠਾ ਤੇ ਮੈਂ ਪੁੱਛਿਆ, ਦਾਦੀ, ਭੂਆ ਹੁਣੀ ਕਾਹਤੋਂ ਨਹੀਂ ਆਈਆਂ ਰੱਖੜੀ ਬੰਨਣ? ਪੁੱਤ, ਉਹਨਾਂ ਨੂੰ ਕੋਈ ਕੰਮ ਹੋਣਾ ਹੈ, ਬਸ ਤਾਂ ਹੀ ਨਹੀਂ ਆਈਆਂ। ਫਿਰ ਕੀ ਹੁੰਦਾ, ਮੰਮੀ ਵੀ ਤਾਂ ਗਏ ਨਾ, ਉਹਨਾਂ ਨੂੰ ਵੀ ਤਾਂ ਕਿੰਨਾ ਕੰਮ ਹੁੰਦਾ ਹੈ। ਨਾਲੇ ਭਾਈਆਂ ਵਾਸਤੇ ਇੱਕ ਦਿਨ ਵੀ ਨਹੀਂ ਕੱਢ ਸਕਦੇ ਸੀ, ਇੱਕ ਦਿਨ ਪਹਿਲਾਂ ਆ ਕੇ ਹੀ ਬਣ ਜਾਂਦੀਆਂ। ਇੱਕ ਦਿਨ ਤਾਂ ਹੁੰਦਾ ਹੈ ਰੱਖੜੀਆਂ ਦਾ, ਇੱਕ ਦਿਨ ਵੀ ਨਹੀਂ ਟਾਈਮ ਨਿਕਲਦਾ। ਜੇ ਮੇਰੀ ਸਕੀ ਭੈਣ ਹੁੰਦੀ ਫਿਰ ਚਾਹੇ ਕੋਈ ਨਾ ਹੁੰਦਾ। ਮੈਂ ਤਾਂ ਹੀ ਕਹਿ ਰਿਹਾ ਸੀ ਵੀ ਨਾਲੇ ਸਾਡੇ ਵੀ ਰੱਖੜੀਆਂ ਬਣ ਜਾਂਦੀਆਂ ਤੇ ਨਾਲੇ ਡੈਡੀ ਦੀ। ਬਾਕੀ ਨਹੀਂ ਆਉਂਦੀਆਂ ਤੇ ਨਾ ਸਹੀ। ਪੁੱਤ, ਉਹਨਾਂ ਨੂੰ ਵੀ ਕਿੰਨੇ ਕੰਮ ਹੁੰਦੇ ਨੇ। ਹਾਂ, ਪਰ ਜੇ ਤੇਰੀ ਭੈਣ ਅੱਜ ਜਿਉਂਦੀ ਹੁੰਦੀ ਤਾਂ ਆਪਾਂ ਕਿਸੇ ਨੂੰ ਕੁਝ ਨਹੀਂ ਸੀ ਕਹਿਣਾ। ਜਿਉਂਦੀ ਹੁੰਦੀ ਕੀ ਮਤਲਬ? ਕਿ ਮੇਰੀ ਭੈਣ ਹੈਗੀ ਸੀ? ਮੈਂ ਬਹੁਤ ਹੀ ਅਚੰਭੇ ਨਾਲ ਪੁੱਛਿਆ। ਹੈਗੀ ਸੀ ਪੁੱਤ, ਤੁਹਾਡੇ ਸਾਰਿਆਂ ਤੋਂ ਵੱਡੀ ਸੀ। ਜੇ ਉਹ ਹੁੰਦੀ ਤਾਂ ਅੱਜ ਵਿਆਹੁਣ ਵਾਲੀ ਉਮਰ ਦੀ ਹੋਈ ਹੁੰਦੀ। ਪਰ ਜਦੋਂ ਜੰਮੀ ਸੀ ਉਸ ਦਾ ਵਜ਼ਨ ਬਹੁਤਾ ਘੱਟ ਸੀ ਤੇ ਬਹੁਤ ਹੀ ਮਾੜੀ ਹਾਲਤ ਸੀ ਉਸਦੀ। ਜਮਾ ਹੀ ਅੱਧਾ ਪੌਣੇ ਕਿਲੋ ਵਜ਼ਨ ਸੀ। ਉਹ ਤੇ ਜੰਮੀ ਹੀ ਬਿਮਾਰ ਰਹਿਣ ਲੱਗ ਪਈ। ਅਜੇ ਤਾਂ ਉਹ ਮਹੀਨੇ ਦੀ ਵੀ ਨਹੀਂ ਸੀ ਹੋਈ। ਬਹੁਤ ਹੀ ਪਿਆਰੀ ਸੀ ਤੇਰੀ ਭੈਣ। ਮੈਂ ਇੰਨੇ ਬੱਚੇ ਦੇਖੇ ਨੇ ਹੁਣ ਤੱਕ, ਪਰ ਉਸਦਾ ਚਿਹਰਾ ਅੱਜ ਵੀ ਨਹੀਂ ਭੁੱਲਦਾ। ਸਭ ਤੋਂ ਹੀ ਵੱਖਰਾ ਜਿਹਾ, ਇੱਕ ਵੱਖਰਾ ਹੀ ਨੂਰ ਜਿਹਾ ਸੀ ਉਸਦੇ ਚਿਹਰੇ ਤੇ। ਸ਼ਾਇਦ ਇੰਨਾ ਪਿਆਰਾ ਬੱਚਾ ਰੱਬ ਨੇ ਪਹਿਲੀ ਵਾਰ ਬਣਾਇਆ ਹੋਣਾ ਹੈ। ਤਾਈਓ ਤਾਂ ਰੱਬ ਇੰਨੀ ਜਲਦੀ ਉਸਨੂੰ ਆਪਣੇ ਕੋਲ ਬੁਲਾ ਲਿਆ। ਜ਼ਿਆਦਾ ਬਿਮਾਰ ਰਹਿਣ ਕਰਕੇ ਉਹ ਰੱਬ ਨੂੰ ਪਿਆਰੀ ਹੋ ਗਈ। ਮੈਨੂੰ ਬਹੁਤ ਝਟਕਾ ਲੱਗਾ। ਮੇਰੀ ਬੋਲਤੀ ਜਿਹੀ ਬੰਦ ਹੋ ਗਈ ਸੀ। ਹੁਣ ਤੱਕ ਤਾਂ ਮੈਨੂੰ ਐਂ ਹੀ ਲੱਗਦਾ ਸੀ ਕਿ ਮੇਰੇ ਕੋਈ ਭੈਣ ਹੀ ਨਹੀਂ ਸੀ। ਪਰ ਇਹ ਜੋ ਮੈਨੂੰ ਅੱਜ ਪਤਾ ਲੱਗਾ, ਤਾਂ ਮੈਂ ਰੱਬ ਨੂੰ ਹੋਰ ਬੁਰਾ ਭਲਾ ਬੋਲਣ ਲੱਗਾ ਕਿ ਰੱਬਾ, ਜੇਕਰ ਤੂੰ ਮਾਰਨਾ ਹੀ ਸੀ ਤਾਂ ਮੈਨੂੰ ਮਾਰ ਦਿੰਦਾ, ਮੇਰੀ ਭੈਣ ਨੂੰ ਕਿਉਂ ਕੁਝ ਕੀਤਾ। ਹੁਣ ਮੇਰਾ ਮਨ ਪਹਿਲਾਂ ਤੋਂ ਵੀ ਜ਼ਿਆਦਾ ਖਰਾਬ ਹੋ ਗਿਆ ਸੀ। ਉਸ ਰੱਬ ਤੋਂ ਇੰਨੀ ਸ਼ਿਕਾਇਤ ਕਦੇ ਨਾ ਹੋਈ ਜਿੰਨੀ ਇਸ ਵਾਰ ਹੋ ਰਹੀ ਸੀ। ਮੈਂ ਦਾਦੀ ਨੂੰ ਪੁੱਛਿਆ, ਫਿਰ ਉਸ ਤੋਂ ਬਾਅਦ ਕਿਸੇ ਤੋਂ ਇੱਕ ਕੁੜੀ ਹੀ ਲੈ ਲੈਂਦੇ ਜੋ ਮੇਰੀ ਭੈਣ ਬਣ ਕੇ ਰਹਿੰਦੀ। ਦੇਖੀ, ਮੈਨੂੰ ਇੱਕ ਭੈਣ ਚਾਹੀਦੀ ਆ। ਅੱਛਾ, ਇੱਕ ਵਾਰ ਦੀ ਗੱਲ ਦੱਸਦੀ ਆ। ਸਰਦੀਆਂ ਦਾ ਸਮਾਂ ਸੀ ਤੇ ਸਵੇਰੇ ਸਵੇਰੇ ਮੈਂ ਤੇ ਤੇਰੇ ਤਾਇਆ ਜੀ ਅਸੀਂ ਤੇਰੀ ਭੂਆ ਨੂੰ ਮਿਲਣ ਗੋਬਿੰਦਗੜ੍ਹ ਜਾ ਰਹੇ ਸੀ। ਉੱਥੇ ਰਸਤੇ ਵਿੱਚ ਮਿਲਣਾ ਹੋਣ ਕਰਕੇ ਬਹੁਤ ਟਰੱਕ ਖੜੇ ਹੋਏ ਸੀ। ਬੱਸ 'ਚੋਂ ਉਤਰ ਕੇ ਥੋੜ੍ਹਾ ਜਿਹਾ ਤੁਰ ਕੇ ਉਹਨਾਂ ਦੇ ਘਰ ਵੱਲ ਨੂੰ ਜਾਣਾ ਪੈਂਦਾ ਹੈ। ਤੇ ਜਦੋਂ ਅਸੀਂ ਤੁਰ ਕੇ ਜਾ ਰਹੇ ਸੀ ਤਾਂ ਇੱਕ ਟਰੱਕ ਦੇ ਟਾਇਰਾਂ ਕੋਲ ਤੇਰੇ ਤਾਏ ਨੂੰ ਇੱਕ ਪੋਟਲੀ ਚਾਹੀਦੀ ਸੀ, ਜੋ ਕਿ ਖੁਦ ਹੀ ਹਿੱਲੀ ਜਾ ਰਹੀ ਸੀ, ਜਿਵੇਂ ਉਸ 'ਚ ਕੁਝ ਹੁੰਦਾ ਹੈ। ਤੇਰੇ ਤਾਏ ਨੇ ਬਿਨਾਂ ਕੁਝ ਸੋਚੇ ਸਮਝੇ ਉਸ ਨੂੰ ਚੱਕ ਲਿਆ। ਹਾਲੇ ਮੈਂ ਤਾਂ ਉਸ ਨੂੰ ਮਨਾ ਕਰ ਰਹੀ ਸੀ
ਕਿ ਪਤਾ ਨਹੀਂ ਕੀ ਹੋਵੇਗਾ। ਪਰ ਤੇਰੇ ਤਾਏ ਨੇ ਉਸ ਪੋਟਲੀ ਨੂੰ ਚੁੱਕ ਕੇ ਖੋਲ੍ਹਿਆ ਤਾਂ ਉਸ ਵਿੱਚ ਇੱਕ ਨਵੀਂ ਜੰਮੀ ਬੱਚੀ ਪਈ ਹੋਈ ਸੀ, ਜੋ ਕਿ ਟਰੱਕ ਦੇ ਟਾਇਰਾਂ ਦੇ ਕੋਲ ਬਿਲਕੁਲ ਨਜ਼ਦੀਕ ਸੀ। ਜੇਕਰ ਕੋਈ ਟਰੱਕ ਨੂੰ ਸਟਾਰਟ ਕਰ ਲੈਂਦਾ ਤਾਂ ਉਸ ਕੁੜੀ ਨੇ ਟਰੱਕ ਦੇ ਟਾਇਰਾਂ ਹੇਠ ਆ ਜਾਣਾ ਸੀ। ਉਸਦੀ ਇਹੋ ਜਿਹੀ ਹਾਲਤ ਤੇ ਮੇਰਾ ਰੋਣ ਨਿਕਲ ਆਇਆ ਸੀ ਕਿ ਇਹੋ ਜਿਹੀ ਦੁਨੀਆ, ਇਹੋ ਜਿਹੇ ਲੋਕ ਵੀ ਨੇ ਇੱਥੇ। ਬਹੁਤ ਹੀ ਬੁਰਾ ਲੱਗ ਰਿਹਾ ਸੀ ਉਸ ਕੁੜੀ ਬਾਰੇ ਸੋਚ-ਸੋਚ। ਤੇਰੇ ਤਾਏ ਨੇ ਉਸ ਨੂੰ ਚੱਕਿਆ ਤੇ ਦੇਖਿਆ ਕਿ ਉਸ ਕੁੜੀ ਦੇ ਸਾਹ ਚੱਲ ਰਹੇ ਨੇ ਤੇ ਅਸੀਂ ਉਸ ਨੂੰ ਨੇੜੇ ਦੇ ਹਸਪਤਾਲ ਲੈ ਗਏ। ਉੱਥੇ ਇਲਾਜ ਕਰਾਉਣ ਲਈ ਦਾਖਲ ਕਰਾਇਆ। ਤੇਰਾ ਤਾਇਆ ਕਹਿ ਰਿਹਾ ਸੀ ਕਿ ਜੇਕਰ ਕੁੜੀ ਸਹੀ ਸਲਾਮਤ ਠੀਕ ਹੋ ਜਾਵੇ ਤਾਂ ਆਪਾਂ ਉਸ ਨੂੰ ਖੁਦ ਰੱਖ ਲਵਾਂਗੇ, ਆਪਣੀ ਧੀ ਬਣਾ ਕੇ ਰੱਖਾਂਗੇ। ਪਰ ਰੱਬ ਨੂੰ ਇਹ ਵੀ ਮਨਜ਼ੂਰ ਨਹੀਂ ਸੀ ਤੇ ਇੰਨੇ ਨੂੰ ਡਾਕਟਰ ਨੇ ਆ ਕੇ ਦੱਸਿਆ ਕਿ ਉਸ ਕੁੜੀ ਨੂੰ ਕੋਈ ਰਾਤ ਹੀ ਠੰਡ ਵਿੱਚ ਛੱਡ ਗਿਆ ਹੈ। ਉਹ ਬੱਚੀ ਸਾਰੀ ਰਾਤ ਠੰਡ ਵਿੱਚ ਉੱਥੇ ਤੜਫਦੀ ਰਹੀ ਹੈ ਤੇ ਅੰਤ ਹੁਣ ਉਸਨੇ ਆਪਣਾ ਦਮ ਤੋੜ ਦਿੱਤਾ। ਮੈਂ ਤੇ ਤੇਰੇ ਤਾਇਆ ਚਾਹ ਕੇ ਵੀ ਉਸਨੂੰ ਬਚਾ ਨਾ ਸਕੇ। ਉੱਥੇ ਜਿਵੇਂ ਕਿਸੇ ਨੇ ਠੰਡ 'ਚ ਉਸਨੂੰ ਮਰਨ ਹੀ ਛੱਡਿਆ ਹੋਵੇ ਤੇ ਉਸਨੇ ਸੋਚਿਆ ਹੋਣਾ, ਜੇ ਠੰਡ ਤੋਂ ਬਚ ਗਈ ਤਾਂ ਟਰੱਕ ਦੇ ਟਾਇਰਾਂ ਦੇ ਨੀਚੇ ਆ ਕੇ ਮਰ ਜਾਵੇਗੀ। ਮੈਨੂੰ ਉਹਨਾਂ ਦੀਆਂ ਗੱਲਾਂ ਸੁਣ ਇੰਨਾ ਜ਼ਿਆਦਾ ਅਫਸੋਸ ਤੇ ਦੁੱਖ ਹੋ ਰਿਹਾ ਸੀ। ਮੈਂ ਸੋਚ ਰਿਹਾ ਸੀ ਕਿ ਦੁਨੀਆ ਵਿੱਚ ਕਿੰਨੇ ਹੀ ਨਾ ਸਮਝ ਤੇ ਜਾਨਵਰਾਂ ਤੋਂ ਵੀ ਗਿਰੇ ਲੋਕ ਵਸਦੇ ਨੇ। ਕੋਈ ਕਿਵੇਂ ਆਪਣੀ ਹੀ ਔਲਾਦ ਨੂੰ ਐਵੇਂ ਮਰਨ ਲਈ ਛੱਡ ਸਕਦਾ ਹੈ? ਕਿਸੇ ਨੂੰ ਰੱਬ ਕੋਲੋਂ ਵਾਰ-ਵਾਰ ਮੰਗਣ ਤੇ ਵੀ ਭੈਣ ਨਹੀਂ ਮਿਲਦੀ ਤੇ ਜਿਸ ਨੂੰ ਮਿਲਦੀ ਹੈ ਉਹ ਕਦੇ ਕਦਰ ਨਹੀਂ ਪਾਉਂਦਾ। ਜਿਸ ਔਰਤ ਨੇ ਐਡੇ ਐਡੇ ਰਾਜਿਆਂ, ਮਹਾਰਾਜਿਆਂ, ਪੀਰ ਪੈਗੰਬਰਾਂ ਨੂੰ ਜਨਮ ਦਿੱਤਾ, ਉਸੇ ਔਰਤ ਦੇ ਜੰਮਣ ਤੇ ਲੋਕੀ ਦੁੱਖ ਪ੍ਰਗਟ ਕਰਦੇ ਨੇ। ਉਹ ਇਹ ਭੁੱਲ ਜਾਂਦੇ ਨੇ ਕਿ ਉਹਨਾਂ ਨੂੰ ਵੀ ਖੁਦ ਹੀ ਇੱਕ ਔਰਤ ਨੇ ਜਨਮ ਦਿੱਤਾ ਹੈ। ਬਾਬੇ ਨਾਨਕ ਨੇ ਵੀ ਤਾਂ ਕਿਹਾ ਹੈ, ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ। ਫਿਰ ਵੀ ਲੋਕ ਪਤਾ ਨਹੀਂ ਕਿਉਂ ਨਹੀਂ ਸਮਝਦੇ। ਮੈਨੂੰ ਇਸ ਗੱਲ ਦਾ ਬਹੁਤ ਹੀ ਜ਼ਿਆਦਾ ਦੁੱਖ ਸੀ ਕਿ ਮੈਨੂੰ ਰੱਬ ਨੇ 2 ਭੈਣਾਂ ਤਾਂ ਦਿੱਤੀਆਂ ਪਰ ਦੋਵੇਂ ਖੋਲੀਆਂ। ਇੱਕ ਦੀ ਰੱਬ ਨੇ ਖੁਦ ਹੀ ਜਾਨ ਲੈ ਲਈ ਤੇ ਦੂਜੀ ਕੁਝ ਨਾ ਸਮਝ ਲੋਕਾਂ ਨੇ। ਮੈਂ ਵੀ ਸੋਚ ਰਿਹਾ ਸੀ ਤੇ ਹੈਰਾਨ ਹੋ ਰਿਹਾ ਸੀ ਕਿ ਕਿਸੇ ਨੂੰ ਰੱਬ ਕੋਈ ਭੈਣ ਨਹੀਂ ਦਿੰਦਾ ਤੇ ਕੋਈ ਕੁੜੀਆਂ ਨੂੰ ਮਾਰ ਰਿਹਾ ਹੈ। ਕਿੰਨੇ ਪਾਪੀ ਤੇ ਨਾ ਸਮਝ ਲੋਕ ਰਹਿੰਦੇ ਨੇ ਜਿਹੜੇ ਪਤਾ ਨਹੀਂ ਕਿ ਕੀ ਸੋਚ ਕੇ ਕੁੜੀਆਂ ਨੂੰ ਮਾਰਦੇ ਨੇ, ਪਰ ਐਵੇਂ ਕਰਦੇ ਹੀ ਕਿਉਂ ਨੇ? ਇਸ ਗੱਲ ਦੀ ਮੈਨੂੰ ਅੱਜ ਤੱਕ ਸਮਝ ਨਹੀਂ ਆਈ। ਦਾਦੀ ਦੀਆਂ ਗੱਲਾਂ ਸੁਣ ਮੈਂ ਹੁਣ ਆਪਣੇ ਗੁੱਟ ਵੱਲ ਦੇਖ ਰਿਹਾ ਸੀ ਤੇ ਸੋਚ ਰਿਹਾ ਸੀ, ਜੇਕਰ ਅੱਜ ਮੇਰੀਆਂ ਭੈਣਾਂ ਹੁੰਦੀਆਂ ਤਾਂ ਅੱਜ ਮੇਰੇ ਗੁੱਟ ਸੁੰਨੇ ਨਹੀਂ ਹੋਣੇ ਸੀ, ਇਸ ਤੇ ਰੱਖੜੀਆਂ ਬੰਨੀਆਂ ਹੋਣੀਆਂ ਸੀ ਤੇ ਮੈਂ ਕਦੇ ਵੀ ਗੁਰੂ ਘਰ ਜਾ ਕੇ ਨਾ ਰੋਂਦਾ। ਸ਼ਾਮ ਨੂੰ ਮੰਮੀ ਹੁਣੀ ਵੀ ਨਾਨਕਿਆਂ ਤੋਂ ਘਰ ਆ ਗਏ ਤੇ ਫਿਰ ਇਸ ਸਾਲ ਹਰ ਸਾਲ ਦੀ ਤਰ੍ਹਾਂ ਮੇਰੀ ਮਾਂ ਹੀ ਮੇਰੀ ਭੈਣ ਬਣੀ, ਜਿਸ ਨੇ ਮੇਰੇ ਸੁੰਨੇ ਗੁੱਟ ਤੇ ਰੱਖੜੀ ਬੰਨੀ ਤੇ ਲੱਡੂ ਦਾ ਭੋਰਾ ਮੇਰੇ ਮੂੰਹ ਵਿੱਚ ਪਾਇਆ। ਭੈਣਾਂ ਤਾਂ ਭੈਣਾਂ ਹੁੰਦੀਆਂ ਨੇ, ਕੁਝ ਹਜ਼ਾਰਾਂ ਵਿੱਚ, ਕੁਝ ਲੱਖਾਂ ਵਿੱਚ,
ਪਰ ਇਹ ਕਤਲ ਅੱਜ ਵੀ ਹੁੰਦੀਆਂ ਨੇ, ਕੁਝ ਕੁੱਖਾਂ ਵਿੱਚ, ਕੁਝ ਅੱਖਾਂ ਵਿੱਚ। ਗੁਰਦੀਪ ਤਾਂ ਕਰ ਅਰਦਾਸ ਸਕਦਾ, ਬਾਕੀ ਜੋ ਉਸ ਰੱਬ ਨੂੰ ਮਨਜ਼ੂਰ ਹੋਵੇ। ਰੱਬ ਹਰ ਇੱਕ ਭਾਈ ਕੋਲ ਇੱਕ ਭੈਣ ਜ਼ਰੂਰ ਹੋਵੇ। ਬਾਪ ਲਈ ਉਸਦੀ ਪੱਗ ਨਹੀਂ ਹੁੰਦੀਆਂ ਤੇ ਮਾਂ ਲਈ ਉਸਦਾ ਜੱਗ ਨਹੀਂ ਹੁੰਦੀਆਂ। ਭਾਈ ਲਈ ਉਸਦੀ ਜਾਨ ਨਹੀਂ ਹੁੰਦੀਆਂ, ਜਿਨ੍ਹਾਂ ਦਿਲਾਂ ਵਿੱਚ ਵਸਦੀਆਂ ਨੇ। ਮੈਂ ਸੁਣਿਆ ਹੈ, ਕੁਦਰਤ ਨੱਚਦੀ ਹੁੰਦੀ, ਇਹ ਭੈਣਾਂ ਜਦੋਂ ਜਦੋਂ ਹੱਸਦੀਆਂ ਨੇ। ਖੁਦ ਰਵਾ ਕੇ ਇਹ ਆਪ ਰੋ ਪੈਂਦੀਆਂ, ਜਦੋਂ ਜਦੋਂ ਭਾਈਆਂ ਨਾਲ ਲੜਦੀਆਂ ਨੇ। ਪੂਰੀ ਦੁਨੀਆ ਖਿਲਾਫ ਹੋ ਜੇ ਬੇਸ਼ੱਕ, ਪਰ ਭਾਈ ਨਾਲ ਹਮੇਸ਼ਾ ਖੜਦੀਆਂ ਨੇ। ਸਭ ਤੋਂ ਮਿੱਠਾ ਫਲ ਲੱਗਦਾ ਜਿਸ ਤੇ, ਦਰਖਤ ਦਾ ਉਹ ਟਾਹਣਾ ਹੁੰਦੀਆਂ ਨੇ। ਖੁਸ਼ ਨਸੀਬ ਹੁੰਦੇ ਨੇ ਉਹ ਲੋਕ, ਜਿਨ੍ਹਾਂ ਕੋਲ ਭੈਣਾਂ ਹੁੰਦੀਆਂ ਨੇ। ਜੇ ਰੱਬ ਦਾ ਦੂਜਾ ਨਾਂ ਮਾਂ ਹੁੰਦਾ, ਤਾਂ ਭੈਣਾਂ ਵੀ ਦੂਜੀ ਮਾਂ ਹੁੰਦੀਆਂ ਨੇ। ਖੁਸ਼ ਨਸੀਬ ਹੁੰਦੇ ਨੇ ਉਹ ਲੋਕ, ਜਿਨ੍ਹਾਂ ਕੋਲ ਭੈਣਾਂ ਹੁੰਦੀਆਂ ਨੇ, ਜਿਨ੍ਹਾਂ ਕੋਲ ਭੈਣਾਂ ਹੁੰਦੀਆਂ ਨੇ। ਉਮੀਦ ਕਰਦੀ ਹਾਂ ਦੋਸਤੋ, ਤੁਹਾਨੂੰ ਇਹ ਕਹਾਣੀ ਬਹੁਤ ਵਧੀਆ ਲੱਗੀ ਹੋਵੇਗੀ। ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ ਜੀ।